अणडिठे पन्ने सी उन्हां लोकां दी गल कीती आ रंगरेटियां दे इतिहास विच जिहड़े अणगौले लोक सी जिन्हां दीयां कुर्बानियां तां बहुत सीगियां सिख धर्म लई पर सिख धर्म दे कुछ उन्हां लेखकां ने उन्हां इतिहासकारां ने उन्हां दीयां कुर्बानियां नूं अखों अखोले कीता। तुहानूं लगदा कि जिहड़े रंगरेटे सिख नायक सीगे गुरु गोबिंद सिंह जी दे जां सिख धर्म लई आपा वारिया सी जिन्हां ने ਉਹ ਸਾਰੇ ਲੋਕਾਂ ਨੂੰ ਇਤਿਹਾਸ ਸਮੇਂ ਦੇ ਇਤਿਹਾਸਕਾਰਾਂ ਨੇ ਅੱਖੋਂ ਪਰੋਖੇ ਕੀਤਾ। ਬਿਲਕੁਲ ਜੀ, ਇਹਨਾਂ ਨੇ ਜਿਹੜੇ ਸਿੱਖ ਇਤਿਹਾਸ ਨੇ ਇਤਿਹਾਸਕਾਰ ਓਕੇ, ਸਤਿ ਸ੍ਰੀ ਅਕਾਲ। पंजाब 10 न्यूज़ TV ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਪ੍ਰਗਟ ਸਿੰਘ ਰਾਜੇਆਣਾ। ਕਲਮਾਂ ਦਾ ਕਾਫਲਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਅੱਜ ਕਲਮਾਂ ਦੇ ਕਾਫਲੇ ਵਿੱਚ ਮੈਂ ਪ੍ਰਸਿੱਧ ਹਿਸਟੋਰੀਅਨ ਨਿਰੰਜਨ ਸਿੰਘ ਆਰਫੀ ਜੀ ਨੂੰ ਆਪ ਜੀ ਦੇ ਸਨਮੁਖ ਕਰ ਰਿਹਾ ਹਾਂ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਜੋ ਸਾਹਿਤ ਰਚਿਆ ਜਾਂਦਾ ਹੈ ਸਮਾਜ ਵਿੱਚੋਂ ਹੀ ਲਿਆ ਜਾਂਦਾ ਹੈ ਤੇ ਕਈ ਇਤਿਹਾਸਕਾਰ ਜਿਹੜੇ ਸਾਡੇ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀ ਜਾਣਕਾਰੀ ਦੇ ਕੇ ਜਾਂਦੇ ਨੇ ਜੋ ਕਈ ਸਾਲ ਪਹਿਲਾਂ ਵਾਪਰੀਆਂ ਹੁੰਦੀਆਂ ਨੇ, ਸਾਡਾ ਇਤਿਹਾਸ ਹੁੰਦਾ ਹੈ। ਸੋ ਅਜਿਹੀ ਇੱਕ ਸ਼ਖਸੀਅਤ ਨੂੰ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ। ਅੱਜ ਅਸੀਂ ਫਰੀਦਕੋਟ ਵਿਖੇ ਪਹੁੰਚੇ ਹਾਂ ਜਿੱਥੇ ਸਰਦਾਰ ਨਿਰੰਜਨ ਸਿੰਘ ਜੀ ਆਰਫੀ ਸਾਹਿਬ ਜਿਹੜੇ ਸਾਬਕਾ DRO ਨੇ ਤੇ ਪੰਜਾਬੀ ਸਾਹਿਤ ਨਾਲ ਉਹ ਬਹੁਤ ਲੰਮੇ ਸਮੇਂ ਤੋਂ ਜੁੜੇ ਰਹੇ ਨੇ। ਕਿਰਤੀ ਪਰਿਵਾਰ ਚੋਂ ਉੱਠ ਕੇ ਬਹੁਤ ਵੱਡੇ ਉੱਚੇ ਮਰਤਬੇ ਹਾਸਲ ਕੀਤੇ ਨੇ ਉਹਨਾਂ ਨੇ। ਅੱਜ ਅਸੀਂ ਪੰਜਾਬੀ ਸਾਹਿਤਕਾਰ ਦੇ ਤੌਰ ਤੇ ਉਹਨਾਂ ਨੂੰ ਤੁਹਾਡੇ ਸਨਮੁਖ ਕਰ ਰਹੇ ਹਾਂ ਜਿਨ੍ਹਾਂ ਦਾ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਨੇ ਉਹਨਾਂ ਦੀ ਇੱਕ ਕਿਤਾਬ ਹੈ ਜਿਹੜੀ ਰੰਗਰੇਟਿਆਂ ਦਾ ਇਤਿਹਾਸ ਜਿਹੜੀ ਵਰਲਡ ਫੇਮਸ ਹੋਈ ਹੈ। ਕਿਤਾਬਾਂ ਤਾਂ ਉਹਨਾਂ ਦੀਆਂ ਹੋਰ ਵੀ ਕਾਫੀ ਆਈਆਂ ਨੇ ਤੇ ਆਪਾਂ ਸਾਰੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸਰਦਾਰ ਨਿਰੰਜਨ ਸਿੰਘ ਆਰਫੀ ਜੀ ਦੇ ਜ਼ਬਾਨੀ ਸੁਣਦੇ ਆਂ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਸਾਹਿਤ ਬਾਰੇ, ਸਮਾਜ ਬਾਰੇ। ਸਾਰੀਆਂ ਗੱਲਾਂ ਆਪਾਂ ਪੰਜਾਬੀ ਸਾਹਿਤ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਆਰਫੀ ਸਾਹਿਬ, ਸਵਾਗਤ ਕਰਦੇ ਹਾਂ ਜੀ ਕਲਮਾਂ ਦੇ ਕਾਫਲੇ ਪ੍ਰੋਗਰਾਮ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦਾ ਚੈਨਲ ਨੂੰ ਪੰਜਾਬ 10 ਨੂੰ ਬਹੁਤ ਬਹੁਤ ਉਹਨਾਂ ਨੂੰ ਵਧਾਈਆਂ ਕਿ ਇਹ ਚੈਨਲ ਬਹੁਤ ਸੇਵਾ ਕਰ ਰਿਹਾ ਸਾਹਿਤ ਦੇ ਇਤਿਹਾਸ ਦੀ। ਮੇਰੇ ਕੋਲ ਮੇਰੇ ਸਾਹਮਣੇ ਗੱਲਬਾਤ ਕਰਨ ਵਾਸਤੇ ਆਏ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਤੁਹਾਡੇ ਸਿੱਖ ਧਰਮ ਦੇ ਵਿੱਚ ਕਲਗੀ ਤੋੜੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਤੇ ਕਈ ਜਿਹੜੇ ਹੈਗੇ ਪੁਰਾਣੇ ਇਤਿਹਾਸਕਾਰ ਹੈ, ਕੋਈ ਕਹਿੰਦਾ ਜੀ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚ, ਕੋਈ ਲੇਖਕ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ। ਤੁਹਾਡਾ ਕੀ ਮੰਨਣਾ? ਤੁਸੀਂ ਰੰਗਰੇਟਿਆਂ ਦੇ ਇਤਿਹਾਸ ਵਿੱਚ ਕਲਗੀ ਤੋੜੇ ਦੀ ਹੋਰ ਗੱਲ ਕੀਤੀ ਆ, ਪਰ ਸਾਡੇ ਦਰਸ਼ਕਾਂ ਨਾਲ ਜਿਹੜੇ ਰੰਗਰੇਟਿਆਂ ਦਾ ਇਤਿਹਾਸ ਪੜ੍ਹ ਨਹੀਂ ਸਕੇ ਉਹਨਾਂ ਨੂੰ ਕਲਗੀ ਤੋੜੇ ਬਾਰੇ ਕੀ ਕਹਿਣਾ ਚਾਹੋਗੇ? ਇਹ ਮੈਂ ਸਮਝਦਾ ਵੀ ਇਹ ਰੰਗਰੇਟਿਆਂ ਦੇ ਨਾਲ ਹੀ ਇਹ ਧੋਖਾ ਨਹੀਂ। ਜਿਹੜੇ ਲੇਖਕਾਂ ਨੇ ਇਸ ਤਰੀਕੇ ਦੀਆਂ ਦੁਬਦਾਪੂਰਨ ਗੱਲਾਂ ਲਿਖੀਆਂ ਨੇ, ਉਹਨੇ ਆਪਣੀ ਕੌਮ ਦੇ ਨਾਲ, ਆਪਣੀਆਂ ਸੰਤਾਨਾਂ ਦੇ ਨਾਲ ਔਰ ਲੋਕਾਂ ਦੀਆਂ ਨਜ਼ਰਾਂ ਵਿੱਚ ਜਿਹੜਾ ਹੈਗਾ ਉਹ ਜਿਹੜਾ ਉਹਨਾਂ ਦਾ ਰੁਤਬਾ ਸੀ, ਇੱਜ਼ਤ ਸੀ, ਉਹ ਗਵਾ ਲਿਆ ਉਹਨਾਂ ਨੇ। ਹੁਣ ਤੁਸੀਂ ਬਾਬਾ ਸੰਗਤ ਸਿੰਘ ਬਾਰੇ ਪੁੱਛਿਆ, ਬੜੀ ਹਾਸੋਹੀਣੀ ਗੱਲ ਹੈ। ਮੈਂ ਕੱਲ੍ਹ ਇੱਕ ਪੋਸਟ ਪਾ ਰਿਹਾ ਸੀ ਅਤੇ ਉਸ ਪੋਸਟ ਦੇ ਵਿੱਚੋਂ ਮੈਂ ਇਸ ਟਿੱਪਣੀ ਤੋਂ ਪ੍ਰਭਾਵਿਤ, ਕਿਸੇ ਲੇਖਕ ਦੀ ਟਿੱਪਣੀ ਤੋਂ ਪ੍ਰਭਾਵਿਤ ਹੋਇਆ ਸੀ। ਉਹ ਕਹਿੰਦਾ ਵੀ ਜਿੰਨਾ ਗੰਦ ਪਾਇਆ ਹੈ ਇਹ ਸਾਰਾ ਸੂਰਜ ਪ੍ਰਕਾਸ਼ ਨੇ ਪਾਇਆ। ਔਰ ਮੈਂ ਉਸ 'ਤੇ ਲਿਖਿਆ ਕਿ ਇਹੋ ਜਿਹੇ ਕਲੰਕਿਤ ਗ੍ਰੰਥ ਦੀ ਜਿਹੜੀ ਹੈਗੀ ਹੈ ਕਥਾ ਬੰਦ ਕਰਨੀ ਚਾਹੀਦੀ ਹੈ, ਸਾਡੇ ਬੱਚਿਆਂ ਨੂੰ ਗੁੰਮਰਾਹ ਕਰ ਰਿਹਾ। ਮੈਂ ਕਿਉਂ ਕਹਿ ਰਿਹਾ? ਥੋੜ੍ਹਾ ਇਸ ਗੱਲ ਦਾ ਪੈ ਗਿਆ
ਕਿ ਕਲਗੀ ਤੋੜਾ ਸਾਹਿਬੇ ਕਮਾਲ ਉਹ ਬਾਬਾ ਜੀਵਨ ਸਿੰਘ ਨੂੰ ਦੇ ਸੀਸ ਤੇ ਸਜਾ ਕੇ ਗਿਆ ਜਾਂ ਕਿਸੇ ਹੋਰ ਦੇ। ਇਹਦੇ 'ਚ ਜਿਹੜੀ ਹੈ ਬੇਈਮਾਨੀ, ਸਭ ਤੋਂ ਪਹਿਲਾਂ ਬੇਈਮਾਨੀ ਕੀਤੀ ਬਾਬਾ ਸਮੇਰ ਸਿੰਘ। ਇਹ ਲੋਕ ਆਪਣੇ ਆਪ ਨੂੰ ਗੁਰੂ ਸੰਤਾਨਾ ਸਮਝਦੇ, ਗੁਰੂ ਸੰਤਾਨਾ ਨਹੀਂ। ਇਹ ਡਾਕਟਰ ਸੁਖਦਿਆਲ ਸਿੰਘ ਜਾਂ ਡਾਕਟਰ ਬਲਵੰਤ ਸਿੰਘ ਦੀ ਕਿਸੇ ਮੈਂ ਉਹ ਲਾਈਨ ਤੋਂ ਪੜ੍ਹਿਆ ਕਿ ਇਹਨਾਂ ਦੀਆਂ ਸੰਤਾਨਾਂ ਨਹੀਂ, ਇਹ ਆਪਣੇ ਆਪ ਨੂੰ ਬਾਵੇ ਕਹਿੰਦੇ ਆ। ਇਹ ਬਾਵੇ ਜ਼ਰੂਰ ਹੈ ਤੇ ਇਹ ਲੇਕਿਨ ਇਹ ਗੁਰੂ ਦੀਆਂ ਸੰਤਾਨਾਂ ਨਹੀਂ। ਔਰ ਸਮੇਰ ਸਿੰਘ ਜਿਹੜਾ ਸੀ ਉਹ ਗੁਰੂ ਸਾਹਿਬ ਉਹ ਬਾਬਾ ਜੀਵਨ ਸਿੰਘ ਨੂੰ ਸਰਸੇ ਦੇ ਉੱਤੇ ਸ਼ਹੀਦ ਹੋਇਆ ਇਸ ਕਰਕੇ ਦਿਖਾਉਂਦਾ ਕਿ ਇਹ ਜਿਹੜਾ ਕਲੇਮ ਕਰ ਰਹੇ ਨੇ, ਕਈ ਲੋਕ ਕਲੇਮ ਕਰ ਰਹੇ ਨੇ ਕਿ ਕਲਗੀ ਤੋੜਾ ਬਾਬਾ ਜੀਵਨ ਸਿੰਘ ਨੂੰ ਉਹ ਸਜਾ ਕੇ ਗਿਆ, ਉਹ ਕਲੇਮ ਹੀ ਖਤਮ ਕਰ ਦਿਓ। ਬਾਬਾ ਜੀਵਨ ਸਿੰਘ ਨੂੰ ਸ਼ਹੀਦ ਹੋਇਆ ਦਿਖਾ ਦਿਓ ਕਿ ਸਰਸਾ ਨਦੀ ਤੇ ਸ਼ਹੀਦ ਹੋ ਗਿਆ, ਉਹਦਾ ਕਲੇਮ ਖਤਮ ਕਰ ਦਿਓ। ਗੱਲ ਨਾ ਬਣੀ। ਫਿਰ ਇਹਨਾਂ ਨੇ ਸੰਤ ਸਿੰਘ ਨੂੰ ਕੱਢਿਆ ਅੱਗੇ ਕੀਤਾ ਕਿਉਂਕਿ ਸੰਤ ਸਿੰਘ ਸੀ, ਸੰਗਤ ਸਿੰਘ ਨਹੀਂ, ਉਹ ਤਾਂ ਗਲਤੀ ਨਾਲ ਲਿਖਿਆ ਗਿਆ ਸੰਤ ਸਿੰਘ ਸੀ। ਜਦੋਂ ਸੰਤ ਸਿੰਘ ਬਾਰੇ ਪੜਤਾਲ ਕੀਤੀ ਗਈ ਤਾਂ ਇਹ ਅਰੋੜਾ ਸਿੱਖ ਸੀ ਪੱਟੀ ਦਾ। ਉਹਦੇ ਸੰਬੰਧ ਵਿੱਚ ਮਹਾਨ ਕੋਸ਼ ਨੇ ਲਿਖਿਆ ਕਿ ਉਹ ਇਹ ਕਹਿੰਦੇ ਕਿ ਸਾਨੂੰ ਇੱਕ ਹੁਕਮਨਾਮਾ ਗੁਰੂ ਸਾਹਿਬ ਦਾ ਮਿਲਿਆ ਸੀ, ਉਹਦੀ ਕਹਿੰਦੇ ਮੈਂ ਪੜਤਾਲ ਕੀਤੀ ਮਹਾਨ ਕੋਸ਼ ਦੇ ਕਹਿਣ ਅਨੁਸਾਰ ਕਿ ਉਹਦੀ ਮੈਂ ਪੜਤਾਲ ਕੀਤੀ। ਉਹ ਜਿਹੜਾ ਹੁਕਮਨਾਮਾ ਕਹਿੰਦੇ ਉਹ ਬਿਲਕੁਲ ਗਲਤ ਹੈ, ਝੂਠਾ ਹੈ। ਜੋ ਝੂਠਾ ਹੈ ਤੇ ਸੰਤ ਸਿੰਘ ਵੀ ਝੂਠਾ ਹੈ। ਦੂਜੀ ਗੱਲ ਹੈ ਕਿ ਸੰਤ ਸਿੰਘ ਪੁਰਾਤਨ ਕਵੀਆਂ ਦੇ ਅਨੁਸਾਰ ਸੰਤ ਸਿੰਘ ਇੱਕ ਦਿਨ ਪਹਿਲਾਂ ਜਦੋਂ ਗੁਰੂ ਸਾਹਿਬ ਗੜੀ ਦੇ ਵਿੱਚੋਂ ਗਏ ਉਸ ਤੋਂ ਪਹਿਲਾ ਦਿਨ ਜਿਹੜਾ ਸੀਗਾ ਉਸ ਦਿਨ ਉਹ ਸ਼ਹੀਦ ਹੋ ਗਿਆ ਸੀ। ਔਰ ਗੁਰੂ ਸਾਹਿਬ ਦੇ ਉਂਗਲ ਦੀ ਇੱਕ ਪੋਰ ਵੀ ਫਿਰ ਗੁਰੂ ਸਾਹਿਬ ਜਦੋਂ ਸ਼ਹੀਦ ਹੋ ਗਿਆ ਤਾਂ ਗੁਰੂ ਸਾਹਿਬ ਆਪ ਗੜੀ ਤੋਂ ਬਾਹਰ ਨਿਕਲੇ ਤੇ ਉੱਥੇ ਉਂਗਲ ਦੀ ਇੱਕ ਪੋਰ ਉਹਨਾਂ ਦੀ ਗੁਰੂ ਸਾਹਿਬ ਦੀ ਜਿਹੜੀ ਹੈ ਉਹ ਕੱਟੀ ਗਈ ਸੀ। ਸੰਤ ਸਿੰਘ ਦੀ ਗੱਲ ਖਤਮ ਹੋ ਗਈ। ਹੁਣ ਸੰਗਤ ਸਿੰਘ ਨੂੰ ਬਾਬਾ ਜੀਵਨ ਸਿੰਘ ਨੂੰ ਉੱਥੇ ਸ਼ਹੀਦ ਕਰਤਾ ਸਰਸੇ ਦੇ। ਸੰਤ ਸਿੰਘ ਸ਼ਹੀਦ ਹੋ ਗਿਆ ਇੱਥੇ। ਹੁਣ ਇਹਨਾਂ ਨੇ ਸੰਗਤ ਸਿੰਘ ਦੀ ਗੱਲ ਜਿਹੜੀ ਆ ਉਹ ਪ੍ਰੋਜੈਕਟ ਕੀਤੀ ਕਿ ਸੰਗਤ ਸਿੰਘ ਨੂੰ ਸਜਾਇਆ ਤੇ ਸੰਗਤ ਸਿੰਘ ਜਿਹੜਾ ਸੀ ਉਹ ਖੱਤਰੀ ਸੀ, ਕੌਮ ਦੇ ਵਿੱਚ ਦੁਬਦਾ ਸੀ ਕਿ ਸੰਤ ਸਿੰਘ ਕਿ ਸੰਗਤ ਸਿੰਘ। ਤੇ ਆ ਜਿਹੜਾ ਕਲੰਕਤ ਗ੍ਰੰਥ ਵਾਲਾ ਸੂਰਜ ਪ੍ਰਕਾਸ਼ ਵਾਲਾ ਇਹ ਕਹਿੰਦਾ ਜੀ ਦੋਵੇਂ ਸੰਤ ਸਿੰਘ ਤੇ ਸੰਗਤ ਸਿੰਘ ਦੋਵੇਂ ਮਹਾਨ ਸੀ, ਦੋਵਾਂ ਨੂੰ ਪੁੱਜਣਾ ਸ਼ੁਰੂ ਕਰ ਦਿਓ। ਉਹ ਬਈ ਤੂੰ ਖੇੜਾ ਕਰਨਾ ਸੀਗਾ, ਤੂੰ ਸਾਹਿਤਕਾਰ ਹੈ, ਤੂੰ ਇਤਿਹਾਸਕਾਰ ਹੈ, ਤੈਨੂੰ ਤੇ ਨਖੇੜਾ ਇਹ ਕਰਨਾ ਚਾਹੀਦਾ ਸੀ ਬਈ ਇਹ ਜਿਹੜਾ ਹੈਗਾ ਦੁਬਦਾ ਪਈ ਹੋਈ ਹੈ, ਇਹਨਾਂ 'ਚੋਂ ਕਿਹੜਾ ਬੰਦਾ ਕਿਸ ਬੰਦੇ ਨੂੰ ਸਜਾਈ। ਉਹ ਕਹਿੰਦਾ ਦੋਵਾਂ ਨੂੰ ਮੰਨੋ। ਦੁਬਦਾ ਵਧਾ ਗਿਆ। ਹੁਣ ਜਿਹੜੇ ਸਾਡੇ ਯੋਧੇ ਇਸ ਵੇਲੇ SGPC ਦੇ ਕਾਬਜ਼ ਨੇ ਇਹ ਕਹਿੰਦੇ ਜੀ ਉਹ ਸੰਗਤ ਸਿੰਘ ਸੀਗਾ ਤੇ ਸੰਗਤ ਸਿੰਘ ਆ ਜਿਹੜਾ ਉਸ ਨੂੰ ਉਹ ਜਿਹੜਾ ਸੀ ਬੰਗੇਸਰ ਸੀ। ਬੰਗੇਸਰ ਸੰਗਤ ਸਿੰਘ ਮੰਨ ਲਿਆ ਬੰਗੇਸਰ ਹੈ, ਮੰਨ ਲਿਆ ਜਾਤੀ। ਤੇ ਫਿਰ ਹੁਣ ਇਤਿਹਾਸਕਾਰ ਲਿਖ ਰਹੇ ਨੇ ਕਿ ਉਹਦਾ ਦੱਖਣ ਜੋ ਗੁਰੂ ਸਾਹਿਬ ਉਹਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੋੜਿਆ ਸੀਗਾ ਉਹ ਬੰਗੇਸਰ ਸੀਗਾ। ਉਹ ਬੰਗੇਸਰ ਫਿਰ ਕਿਹੜਾ? ਫਿਰ ਇਹਨਾਂ ਨੇ ਸ਼ੁਰੂ ਕਰਤਾ ਵੀ ਇਹ ਬੰਗੇਸਰ ਵਾਲੀ ਗੱਲ ਤਾਂ ਨਹੀਂ ਬਣਦੀ, ਹੁਣ ਬੰਗਾਲ ਦੀ ਗੱਲ ਸ਼ੁਰੂ ਕਰਨੀ ਪਊ ਕਿਉਂਕਿ ਉਹਦਾ ਸਬੂਤ ਨਹੀਂ ਦੇਣਾ ਪੈਣਾ। ਕਹਿੰਦੇ ਜੀ ਇਹਨੂੰ ਬੰਗੇਸਰ ਤਾਂ ਕਹਿੰਦੇ ਸੀ, ਇਹ ਖੱਤਰੀ ਸੀ, ਬੰਗੇਸਰ ਇਹਨੂੰ ਤਾਂ ਕਹਿੰਦੇ ਸੀ, ਬੰਗਾਲ ਵਿੱਚ ਪੈਦਾ ਹੋਇਆ ਸੀ ਤੇ ਬੰਗੇਸਰ ਨੂੰ ਤਾਂ ਕਹਿੰਦੇ ਸੀ। ਬੰਗੇਸਰ ਦਾ ਮਤਲਬ ਹੈ ਜੇ ਇਹ ਆਪਾਂ ਲਾ ਲਈਏ ਕਿ ਬੰਗ ਤੋਂ ਜਿਹੜਾ ਬੰਗੇਸਰ ਬਣਿਆ ਤੇ ਬੰਗ 'ਚ ਪੈਦਾ ਹੋਣ ਵਾਲਾ, ਬੰਗਾਲ 'ਚ ਪੈਦਾ ਹੋਣ ਵਾਲਾ, ਉੱਥੋਂ ਦਾ ਉਹਦਾ ਜਨਮ ਸਥਾਨ ਤੇ ਹੋ ਸਕਦਾ, ਉੱਥੋਂ ਦਾ ਈਸਟਰ ਕਿੱਦਾਂ ਹੋ ਸਕਦਾ, ਉੱਥੋਂ ਦਾ ਰਾਜਾ ਕਿੱਦਾਂ ਹੋ ਸਕਦਾ ਹੈ। ਤੇ ਇਹ ਜਿਹੜਾ ਬੰਗੇਸਰ ਹੈ ਇਹ ਇੱਕ ਰਾਜੇ ਦਾ ਖਿਤਾਬ ਆ ਔਰ ਇਹ ਮੈਂ ਦੱਸਦਾ ਕਿੱਦਾਂ ਰਾਜੇ ਦਾ ਖਿਤਾਬ। ਬਾਬਾ ਵੀਰ ਸਿੰਘ ਰੰਗਰੇਟੇ ਨੇ ਆਪਣੀ 13ਵੀਂ ਮਿਸਲ ਕਾਇਮ ਕੀਤੀ
ਅਫਗਾਨਿਸਤਾਨ ਦੀ ਤਰਾਈ ਦੇ ਉੱਤੇ 1 ਲੱਖ ਜਿਹੜਾ ਹੈ ਪਠਾਣਾਂ ਨੂੰ ਉਹ ਜਿਹੜਾ ਉਹਨੂੰ ਦਬਾ ਕੇ ਉੱਥੇ ਆਪਣਾ ਅਸਰ ਕਾਇਮ ਕੀਤਾ, ਆਪਣਾ ਪ੍ਰਭਾਵ ਖੇਤਰ ਕਾਇਮ ਕੀਤਾ। ਉਹ ਜਿਹੜੇ ਪਠਾਨ ਸੀਗੇ ਉਹ ਬੰਗਸ਼ ਨਸਲ ਦੇ ਪਠਾਨ ਸੀ, ਇਸ ਕਰਕੇ ਉਸ ਇਲਾਕੇ ਨੂੰ ਵੀ ਬੰਗਸ਼ ਕਹਿੰਦੇ ਸੀ। ਤੇ ਜਦੋਂ ਬਾਬਾ ਵੀਰ ਸਿੰਘ ਰੰਘੇਟੇ ਨੇ ਜਾ ਕੇ ਉੱਥੇ ਆਪਣਾ ਮਿਸਲ ਕਾਇਮ ਕੀਤੀ, ਆਪਣਾ ਪ੍ਰਭਾਵ ਖੇਤਰ ਕਾਇਮ ਕੀਤਾ, ਤੇ ਸਾਰੇ ਮਿਸਲਦਾਰ ਸੀ ਜਿਹੜੇ ਇਹਨਾਂ ਨੇ ਰੰਘੇਟਿਆਂ ਨੂੰ ਬੰਗੇਸਰ ਕਹਿਣਾ ਸ਼ੁਰੂ ਕਰ ਦਿੱਤਾ ਸੀ। ਬੰਗਸ਼ ਏਰੀਏ ਦੇ ਈਸ਼ਰ, ਬੰਗਸ਼ ਏਰੀਏ ਦੇ ਰਾਜੇ। ਸੋ ਉਸ ਵੇਲੇ ਉਦੋਂ ਤੋਂ ਲੱਗ ਕੇ ਸਾਰਿਆਂ ਨੂੰ ਇਹ ਬੰਗੇਸਰ ਕਹਿਣਾ ਸ਼ੁਰੂ ਕਰਤਾ। ਹੁਣ ਰਾਮਗੜੀਆ, ਉਦੋਂ ਕੋਈ ਰਾਮਗੜੀਆ ਹੋਇਆ, ਤੇ ਜਿਹੜਾ ਅੱਜ ਹੈ ਉਹ ਵੀ ਰਾਮਗੜੀਆ, ਤੇ ਜਿਹੜਾ ਰਾਜਸਥਾਨ 'ਚ ਜਿਹਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ, ਉਹ ਵੀ ਰਾਮਗੜੀਆ ਬਣ ਗਿਆ। ਸੋ ਇਸ ਤਰ੍ਹਾਂ ਬੰਗੇਸਰ ਜਿਹੜਾ ਹੈਗਾ ਉਹ ਰੰਘਰੇਟਿਆਂ ਦਾ ਜਿਹੜਾ ਇਸੇ ਤਰ੍ਹਾਂ ਹੀ ਇੱਕ ਖਿਤਾਬ ਬਣ ਗਿਆ ਸੀ ਜਿਵੇਂ ਰਾਮਗੜੀਆਂ ਦਾ ਖਿਤਾਬ ਬਣਿਆ। ਸੋ ਇਸ ਕਰਕੇ ਸੰਗਤ ਸਿੰਘ ਨੂੰ ਬੰਗੇਸਰ ਕਹਿੰਦੇ ਸੀ। ਬੰਗੇਸਰ ਸਾਰੇ ਰੰਘਰੇਟਿਆਂ ਨੂੰ ਕਹਿੰਦੇ ਆ, ਔਰ ਸਾਰੇ ਰੰਘਰੇਟੇ ਬੰਗੇਸਰ ਵੀ ਹੈ, ਰੰਘਰੇਟੇ ਵੀ ਹੈ। ਸੋ ਉਹਨਾਂ ਨੂੰ ਸਾਰਿਆਂ ਨੂੰ ਬੰਗੇਸਰ ਕਹਿੰਦੇ ਸੀ। ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਬੰਗਾਲ ਵਾਲੀ ਵੀ ਗੱਲ ਇਹਨਾਂ ਦੀ ਫੇਲ ਹੈ, ਉਹ ਵੀ ਨਿਸ਼ਾਨਾ ਫੇਲ ਹੈ। ਤੇ ਆਹ ਨਿਸ਼ਾਨਾ ਜਿਹੜਾ ਇਹਨਾਂ ਨੇ ਬੰਗਸ਼ ਵਾਲਾ ਜਿਹੜਾ ਇਹ ਲਿਖਦੇ ਆ, ਇਹ ਇਹਨਾਂ ਨੂੰ ਇਸ ਗੱਲ ਦੀ ਪਤਾ ਨਹੀਂ ਹੈ, ਹਿਸਟੋਰੀਕਲੀ ਪਤਾ ਨਹੀਂ ਕਿ ਬੰਗੇਸਰ ਕਹਿੰਦੇ ਕਿਹਨੂੰ ਹੈ। ਉਹ ਪਹਿਲਾਂ ਜਿਹੜੇ ਮਿਸਲਦਾਰ ਸੀ ਉਹਨਾਂ ਨੂੰ ਪਤਾ ਸੀ, ਆਹ ਹੋਣ ਵਾਲਿਆਂ ਨੂੰ ਨਹੀਂ ਪਤਾ। ਤੇ ਇਹ ਹੁਣ ਰੋਲ ਖਜੋਲਾ ਪਾਈ ਫਿਰਦੇ ਆ, ਐਵੇਂ ਕੀ ਕਹਿੰਦੇ ਉਹ ਟਿੰਡ ਚਕਾਨੀ ਪਾਈ ਫਿਰਦੇ, ਉਹ ਗੱਲ ਹੈ। ਸੋ ਵਫਾਦਾਰ ਰੰਘਰੇਟਿਆਂ ਨਾਲ ਹੋਣ ਦੀ ਕੋਈ ਲੋੜ ਨਹੀਂ, ਔਰ ਅਸੀਂ ਚਾਹੁੰਦੇ ਵੀ ਨਹੀਂ ਵੀ ਸਾਡੇ ਨਾਲ ਕੋਈ ਵਫਾਦਾਰ ਹੋਵੇ ਨਾ। ਤੁਸੀਂ ਆਪਣੇ ਨਾਲ ਵਫਾਦਾਰ ਹੋ, ਅਸੀਂ ਆਪਣੇ ਨਾਲ ਵਫਾਦਾਰ ਹੋਵਾਂਗੇ। ਤੁਸੀਂ ਆਪਣਾ ਕੇਸ ਪ੍ਰੋਜੈਕਟ ਕਰੋ, ਜਨਤਾ ਦੇ ਸਾਹਮਣੇ ਪੇਸ਼ ਕਰੋ, ਅਸੀਂ ਆਪਣਾ ਕੇਸ ਪੇਸ਼ ਕਰਾਂਗੇ, ਜਨਤਾ ਫੈਸਲਾ ਕਰੂ ਵੀ ਠੀਕ ਕੌਣ ਹੈ ਗਲਤ ਕੌਣ ਹੈ। ਸੋ ਇਹ ਜਿਹੜਾ ਬੰਗੇਸਰ ਜਿਹੜਾ ਹੈ ਇਹ ਰੰਘਰੇਟਿਆਂ ਦਾ ਇੱਕ ਖਿਤਾਬ ਹੈ, ਉਹਨਾਂ ਦੇ ਬੰਗਸ਼ ਦੇ ਈਸ਼ਰ ਬਣਨ ਕਰਕੇ, ਬੰਗਸ਼ ਦੇ ਰਾਜੇ ਹੋਣ ਕਰਕੇ ਬੰਗੇਸਰ ਹੈ। ਔਰ ਉੱਥੇ ਇਹਨਾਂ ਨੇ ਇਹ ਖੱਤਰੀ ਹੋਣ ਕਰਕੇ ਉੱਥੇ ਬੰਗੇਸਰ ਲਿਖਤਾ। ਇਹ ਖੱਤਰੀ ਸੀ ਜੀ ਇਸ ਦਿਨ, ਤੇ ਖੱਤਰੀਆਂ 'ਚ ਕੋਈ ਗੋਤ ਬੰਗੇਸਰ ਹੁੰਦੀ ਨਹੀਂ। ਖੱਤਰੀ ਕਿਸੇ ਦੀ ਕੋਈ ਗੋਤ ਬੰਗੇਸਰ ਨਹੀਂ। ਇਹ ਸਭ ਝੂਠ ਦਾ ਪਲੰਦਾ ਇਹਨਾਂ ਨੂੰ ਪੇਸ਼ ਕਰ ਰਹੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਸੰਗਤਾਂ ਨੂੰ ਗੁੰਮਰਾਹ ਕਰ ਰਹੇ ਨੇ। ਔਰ ਇਹ ਗੁੰਮਰਾਹ ਹੁਣ ਇਸ ਤਰੀਕੇ ਨਾਲ ਨਹੀਂ ਕਰ ਰਹੇ, ਓਪਨਲੀ ਨਹੀਂ ਕਰ ਰਹੇ ਵੀ ਇਹ ਖੱਤਰੀ ਸੀਗਾ ਇਸ ਬੰਗੇਸਰ। ਇਹ ਹੁਣ ਸਾਡੇ ਹੀ ਭਾਈਚਾਰੇ ਨੂੰ, ਜਿਹੜਾ ਰਵਦਾਸੀਆ ਭਾਈਚਾਰਾ, ਉਹਨੂੰ ਕਹਿੰਦਾ ਜੀ ਇਹ ਸੰਗਤ ਸਿੰਘ ਤਾਂ ਜਿਹੜਾ ਸੀਗਾ ਇਹ ਤੁਹਾਡਾ ਸੀਗਾ, ਉਹਨਾਂ ਨੂੰ ਕਹਿੰਦੇ ਇਹ ਤੁਹਾਡਾ ਸੀ, ਤੇ ਆਮ ਵਿੱਚੋਂ ਕਹਿੰਦੇ ਵੀ ਇਹ ਖੱਤਰੀ ਸੀ। ਸੋ ਇਹ ਸਾਰਾ ਤੁਹਾਡਾ ਇਹਨਾਂ ਨੇ ਪਾਇਆ ਹੋਇਆ। ਆਰਪੀ ਸਾਹਿਬ, ਜੇ ਮੈਂ ਗੱਲ ਕਰਾਂ ਜਿਹੜੀ ਕਮਿਊਨਿਟੀ ਦੀ ਤੁਸੀਂ ਨੁਮਾਇੰਦਗੀ ਵੀ ਕਰਦੇ ਹੋ, ਤੁਸੀਂ ਉਹਨਾਂ ਲਈ ਆ ਰੰਘਰੇਟਿਆਂ ਦਾ ਇਤਿਹਾਸ ਲਿਖਿਆ ਹੈ, ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਇਹਨਾਂ ਦੇ ਕੋਲ ਕਿਉਂ ਨਹੀਂ ਰਹੀਆਂ, ਤੇ ਜਿਹੜਾ ਹੈਗੇ ਜ਼ਮੀਨਾਂ ਤੋਂ ਵਿਰਵੇ ਕਿਵੇਂ ਹੋਏ, ਉਹਦੇ ਬਾਰੇ ਵੀ ਸਾਨੂੰ, ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਜਿਹੜੀ ਰੰਘਰੇਟਾ ਕੌਮ ਹੈ ਇਹ ਜ਼ਮੀਨਾਂ ਤੋਂ ਵਿਰਵੀ ਕਿਵੇਂ ਹੋ ਗਈ। ਇਸ ਤਰ੍ਹਾਂ ਸੀ ਕਿ ਰੰਘਰੇਟਾ ਕੌਮ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ, ਪਹਿਲਾਂ ਤਾਂ ਮੈਂ ਦੱਸਦਾ ਕਿ ਇਹਨਾਂ ਰੰਘਰੇਟਾ ਕੌਮ ਦੇ ਵਿੱਚ ਕੋਈ ਇੱਕ ਕੌਮ ਦਾ ਬੰਦਾ ਨਹੀਂ ਹੈ। ਇਹ ਸਾਰੀਆਂ ਜਿੰਨੀਆਂ ਕਮਿਊਨਿਟੀਆਂ ਨੇ, ਜਿੰਨੀਆਂ ਜ਼ਾਤਾਂ ਨੇ, ਉਹਨਾਂ ਸਾਰਿਆਂ ਦੇ ਜਿਹੜੇ ਕੁਛ ਨਾ ਕੁਛ, ਕੋਈ ਨਾ ਕੋਈ ਅੰਸ਼, ਕੋਈ ਨਾ ਕੋਈ ਖਾਨਦਾਨ, ਕੋਈ ਨਾ ਕੋਈ ਕਬੀਲਾ, ਉਹ ਦੀਨ ਇਲਾਹੀ ਨੂੰ ਉਹਨਾਂ ਨੇ ਕਬੂਲਿਆ, ਅਤੇ ਉਸ ਤੋਂ ਬਾਅਦ ਉਹ ਰੰਘੜ ਤੇ ਰੰਘਰੇਟੇ ਬਣ ਗਿਆ। ਸੋ ਹੁਣ ਜ਼ਮੀਨਾਂ ਦੀ ਗੱਲ ਆ ਗਈ। ਸਾਰੇ ਜਿੰਨੀ ਵੀ ਜ਼ਮੀਨ ਦਾ ਜਿਹੜਾ ਕਨਸੈਪਟ ਇਹ ਹੈ ਕਿ ਜ਼ਮੀਨ ਜਿਹੜੀ ਹੈ ਬਿਲੋਂਗ ਕਰਦੀ ਹੈ, ਜ਼ਮੀਨ ਜਿਹੜੀ ਹੈ ਪਰਮਾਤਮਾ ਦੀ ਹੈ, ਵਾਹਿਗੁਰੂ ਦੀ ਹੈ, ਅੱਲਾ ਦੀ ਹੈ, ਗੌਡ ਦੀ ਹੈ, ਕੁਦਰਤ ਦੀ ਹੈ। ਜ਼ਮੀਨ ਕੁਦਰਤ ਦੀ ਹੈ। ਸੋ ਦੂਜੇ ਨੰਬਰ 'ਤੇ ਇਹ ਜ਼ਮੀਨ ਕਿਹਦੀ ਹੈ? ਦੂਜੇ ਨੰਬਰ 'ਤੇ ਜ਼ਮੀਨ ਉਸ ਦੀ ਹੈ ਜਿਹੜਾ ਇਸ 'ਤੇ ਜ਼ਮੀਨ ਦੇ ਉੱਤੇ ਰਾਜ ਕਰਦਾ। ਜਿਹੜਾ ਉੱਥੇ
ਤਾਂ ਫਿਰ ਇਹਨਾਂ ਦੇ ਹਿੱਸੇ ਦੀਆਂ ਜ਼ਮੀਨਾਂ ਕਿੱਧਰ ਗਈਆਂ? ਜਿਹੜੇ ਜ਼ਮੀਨਾਂ ਕਾਸ਼ਤ ਕਰਦੇ ਸੀ ਨਾ, ਉਹਨਾਂ ਨੂੰ ਕਿਸਾਨ ਕਹਿੰਦੇ ਸੀ। ਔਰ ਉਹ ਕਿਸਾਨ ਆ ਜਿਹੜੇ, ਉਹ ਜ਼ਮੀਨਾਂ ਉਹਨਾਂ ਦੀ ਆਪਣੀਆਂ ਨਹੀਂ ਸੀ। ਉਹ ਜ਼ਮੀਨਾਂ ਕਾਸ਼ਤ ਕਰਦੇ ਸੀ ਨਵਾਬਾਂ ਦੀਆਂ, ਜ਼ਿਮੀਂਦਾਰਾਂ ਦੀਆਂ, ਜਗੀਰਦਾਰਾਂ ਦੀਆਂ, ਜਾਂ ਹੋਰ ਜਿਹੜੇ ਦੂਜੇ ਬਾਦਸ਼ਾਹ ਨੇ ਜ਼ਮੀਨਾਂ ਜਿਨ੍ਹਾਂ ਨੂੰ ਸਫੈਦ ਪੋਸ਼ਾਂ ਦਿੱਤੀਆਂ ਹੋਈਆਂ ਸੀ। ਹੁਣ ਜ਼ਮੀਨ ਦਾ ਕਨਸੈਪਟ ਇਹ ਹੈ ਕਿ ਇਹ ਹੱਥੋਂ ਹੱਥ ਜਿਵੇਂ ਨੋਟ ਬਦਲਦੇ ਰਹਿੰਦੇ ਆ, ਇਸ ਤਰ੍ਹਾਂ ਜ਼ਮੀਨ ਵੀ ਜਿਹੜੀ ਆ ਹੱਥੋਂ ਹੱਥ ਬਦਲਦੀ ਰਹਿੰਦੀ ਹੈ। ਪਹਿਲਾਂ ਹਿੰਦੂ ਰਾਜਕੁਮਾਰਾਂ ਦੇ ਕੋਲ ਜ਼ਮੀਨ ਸੀ, ਉਹਨਾਂ ਕੋਲੋਂ ਫਿਰ ਇਹ ਜ਼ਮੀਨ ਆ ਗਈ ਮੁਗਲਾਂ ਕੋਲ। ਮੁਗਲਾਂ ਨੇ ਆਪਣੇ ਕਰ ਜਿਹੜਾ ਵਸੂਲਣ ਵਾਸਤੇ ਆਪਣੇ ਨਵਾਬ ਮੁਕਰਰ ਕੀਤੇ, ਜਗੀਰਦਾਰ ਮੁਕਰਰ ਕੀਤੇ, ਹੋਰ ਹੱਕਦਾਰ ਮੁਕਰਰ ਕੀਤੇ, ਨੰਬਰਦਾਰ ਮੁਕਰਰ ਕੀਤੇ, ਚੌਧਰੀ ਮੁਕਰਰ ਕੀਤੇ। ਇਹ ਸਾਰੀ ਜ਼ਮੀਨ ਦਾ ਜਿਹੜਾ ਇੰਤਜ਼ਾਮ ਉਹ ਕਾਸ਼ਤਕਾਰਾਂ ਕੋਲੋਂ ਕਰਾਉਂਦੇ ਸੀ, ਇਹਨਾਂ ਕੋਲੋਂ ਕਰਾਉਂਦੇ ਸੀ। ਔਰ ਇਹਨਾਂ ਦੀ ਅੱਗੇ ਜ਼ਿੰਮੇਵਾਰੀ ਸੀ ਕਿ ਇਹ ਵੱਖਰੇ ਵੱਖਰੇ ਕਿਸਾਨਾਂ ਨੂੰ ਜ਼ਮੀਨ ਦੇਣ। ਜ਼ਮੀਨ ਕਾਹਦੇ ਵਾਸਤੇ ਦੇਣ? ਕਾਸ਼ਤ ਕਰਨ ਵਾਸਤੇ। ਔਰ ਜਿਹੜੇ ਕਾਸ਼ਤ ਕਰਦੇ ਸੀ ਜ਼ਮੀਨ, ਇਹਨਾਂ ਦੀ ਹਾਲਤ ਇਹ ਸੀ ਕਿ ਇਹ ਗੁਲਾਮਾਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਦੇ ਸੀ, ਔਰ ਬੰਧੂਆ ਮਜ਼ਦੂਰਾਂ ਤੋਂ ਵੀ ਭੈੜੀ ਜ਼ਿੰਦਗੀ ਮਹਿਸੂਸ ਕਰਦੇ ਸੀ। ਜਿਸ ਨਵਾਬ ਦੇ ਜਾਂ ਕਿਸੇ ਜ਼ੈਲਦਾਰ ਦਾ ਕੋਈ ਕਿਸਾਨ ਉਹਦੇ ਥੱਲੇ ਕਾਸ਼ਤ ਕਰਦਾ, ਅਤੇ ਉਹਦੀ ਹਾਲਤ ਇਹ ਸੀ ਕਿ ਉਹਦੇ ਕੋਲੋਂ ਕੁੜੀ ਮੁੰਡੇ ਦਾ ਵਿਆਹ ਕਰਨਾ ਹੁੰਦਾ ਅਤੇ ਉਹ ਪੈਸੇ ਉਧਾਰੇ ਲੈ ਕੇ 100 ਰੁਪਇਆ ਉਧਾਰਾ ਲੈ ਕੇ ਕੁੜੀ ਮੁੰਡੇ ਦਾ ਵਿਆਹ ਕਰਦਾ, ਔਰ ਉਹ ਵਿਆਜ 'ਤੇ ਲੈਂਦਾ। ਉਹ ਸਾਰੀ ਉਮਰ ਜਿਹੜਾ ਉਹ ਵਿਆਜ ਹੀ ਨਹੀਂ ਸੀ ਲੈਂਦਾ। ਇਸ ਤਰੀਕੇ ਨਾਲ ਜਿੰਨੀ ਦੇਰ ਤੱਕ ਉਹ ਵਿਆਜ ਅਦਾ ਨਹੀਂ ਸੀ ਕਰਦਾ, ਉਨੀ ਦੇਰ ਤੱਕ ਨਾ ਤਾਂ ਆਪਣਾ ਉਹ ਜ਼ਿਮੀਂਦਾਰ ਬਦਲ ਸਕਦਾ ਸੀ, ਨਾ ਆਪਣਾ ਜ਼ਗੀਰਦਾਰ ਬਦਲ ਸਕਦਾ ਸੀ। ਕਾਸ਼ਤ ਉਸੇ ਦੀ ਕਰਨੀ ਪੈਂਦੀ ਸੀ। ਇਸ ਕਰਕੇ ਉਹ ਬੰਧੂਆ ਮਜ਼ਦੂਰ ਸੀ, ਉਹ ਸਲੇਵ ਸੀ, ਸਲੇਵ ਤੋਂ ਭੈੜੀ ਜ਼ਿੰਦਗੀ ਜਿਉਂਦਾ ਸੀ। ਹੁਣ ਮੁਗਲਾਂ ਦਾ ਜਿਹੜਾ ਰਾਜ ਸੀਗਾ, ਸ਼ਾਸਨ ਕਾਲ ਚੱਲਿਆ ਇਸ ਤਰੀਕੇ ਨਾਲ। ਉਸ ਤੋਂ ਬਾਅਦ ਆ ਗਿਆ ਰੰਗਰੇਟਾ ਸ਼ਹਿਨਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਕਾਲ। ਇਹਨੇ ਪੰਜਾਬ 'ਚ ਆਪਣਾ ਰਾਜ ਸਥਾਪਨ ਕੀਤਾ, ਔਰ ਇਹਨੇ ਸਭ ਤੋਂ ਪਹਿਲਾਂ ਦੇਖਿਆ ਕਿ ਇਹਨਾਂ ਦੀ ਕਾਸ਼ਤਕਾਰਾਂ ਦੀ ਜਿਹੜੀ ਹਾਲਤ ਹੈ, ਇਹਨਾਂ ਦੇ ਕੋਲ ਤਾਂ ਸਾਰਾ ਟੱਬਰ ਮਿਹਨਤ ਕਰਦਾ ਅਤੇ ਪੱਲੇ ਇਹਨਾਂ ਦੇ ਲੰਗੋਟੀ ਰਹਿ ਜਾਂਦੀ ਇਕੱਲੀ। ਇਹ ਇਹਨਾਂ ਦੀ ਹਾਲਤ ਆ। ਸੋ ਇਹਨਾਂ ਨੇ ਸਭ ਤੋਂ ਪਹਿਲਾਂ ਇਹਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਧਿਆਨ ਇਹਨਾਂ ਵੱਲ ਗਿਆ। ਇਹਨਾਂ ਨੇ ਜਦੋਂ ਪੰਜਾਬ 'ਤੇ ਕਬਜ਼ਾ ਕੀਤਾ, ਸਾਰੇ ਕਾਸ਼ਤਕਾਰਾਂ ਨੂੰ ਕਿਹਾ ਕਿ ਤੁਸੀਂ ਜ਼ਮੀਨਾਂ 'ਤੇ ਕਬਜ਼ੇ ਕਰ ਲਓ, ਕਿਸੇ ਨਵਾਬ ਨੂੰ ਹਿੱਸਾ ਵਟਾਈ ਦੇਣ ਦੀ ਲੋੜ ਨਹੀਂ, ਕਿਸੇ ਸ਼ਾਹੂਕਾਰ ਨੂੰ ਹਿੱਸਾ ਵਟਾਈ ਦੀ ਲੋੜ ਨਹੀਂ, ਕਿਸੇ ਹੋਰ ਨੂੰ ਹਿੱਸਾ ਵਟਾਈ ਦੀ ਲੋੜ ਨਹੀਂ, ਅਤੇ ਜੇ ਕੋਈ ਤੁਹਾਡੇ ਕੋਲੋਂ ਮੰਗਦਾ ਤਾਂ ਖਾਲਸੇ ਨੂੰ ਆ ਕੇ ਦੱਸੋ। ਸੋ ਉਸ ਤੋਂ ਬਾਅਦ ਇਹ ਜ਼ਮੀਨਾਂ ਜਿਹੜੀਆਂ ਇਹਨਾਂ ਨੇ ਇਹ ਜਿਹੜੇ ਕਾਸ਼ਤਕਾਰਾਂ ਨੂੰ ਦਿੱਤੀਆਂ, ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਜੱਟ ਕਹਿੰਦੇ ਨੇ। ਇਹ ਜ਼ਮੀਨਾਂ ਸਾਰੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਆ ਦੇਣ ਆ। ਔਰ ਉਹਨਾਂ ਨੇ ਇੱਕ ਕਮਿਊਨਿਟੀ ਦਾ, ਇਹ ਨਹੀਂ ਕਿ ਇਹਨਾਂ ਨੂੰ ਕਾਸ਼ਤਕਾਰਾਂ ਦਾ ਉਹਨੇ ਕੀਤਾ। ਦੂਜੀ ਹਾਲਤ ਮਾੜੀ ਸੀ ਉਸ ਵੇਲੇ, ਚੂੜੇ ਕਹਿ ਜਾਣ ਵਾਲੇ ਅਤੇ ਚਮਾਰ ਕਹਿ ਜਾਣ ਵਾਲੇ, ਉਹਨਾਂ ਦੀ ਹਾਲਤ ਸਭ ਤੋਂ ਮਾੜੀ ਸੀ। ਔਰ ਇਹਨਾਂ ਨੂੰ ਜਿਹੜਾ ਹੱਥ ਲਾਉਣਾ ਵੀ, ਛੂਹਣਾ ਵੀ ਇਹਨਾਂ ਨੂੰ ਸਮਝਿਆ ਜਾਂਦਾ ਸੀ ਵੀ ਸਾਨੂੰ ਪਿੱਠ ਚੜ੍ਹ ਜੂਗੀ ਇਹਨਾਂ ਨੂੰ ਛੂਹਿਆ। ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਨੇ ਚਮਾਰ, ਜਿੰਨੇ ਉਸ ਵੇਲੇ ਚੂੜੇ ਕਹਿ ਜਾਂਦੇ ਜਾਂ ਚਮਾਰ ਕਹਿ ਜਾਂਦੇ ਸੀ, ਉਹਨਾਂ ਨੂੰ ਆਪਣੇ ਆਪਣੇ ਪਿੰਡਾਂ ਦਾ ਸੁਤੰਤਰ ਰਾਜਾ ਘੋਸ਼ਿਤ ਕਰ ਦਿੱਤਾ। ਔਰ ਇਹ ਵੱਡੇ ਵੱਡੇ ਸ਼ਾਹੂਕਾਰ, ਵੱਡੇ ਵੱਡੇ ਜਗੀਰਦਾਰ, ਵੱਡੇ ਵੱਡੇ ਮੱਠਾਂ ਦੇ ਬ੍ਰਾਹਮਣ, ਹੋਰ ਵੱਡੇ ਲੋਕ ਜਿਹੜੇ ਸੀ, ਉਹ ਹੱਥ ਜੋੜ ਕੇ ਮਹਾਰਾਜਾ ਜਿਹੜਾ ਰੰਗਰੇਟਾ ਸ਼ਹਿਨਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਖੜ੍ਹੇ ਰਹਿੰਦੇ। ਔਰ ਉਨੀ ਦੇਰ ਤੱਕ ਉਹ ਘਰ ਨਹੀਂ ਸੀ ਜਾਂਦੇ ਜਿੰਨੀ ਦੇਰ ਤੱਕ ਉਹ ਕਹਿੰਦਾ ਨਾ ਵੀ ਜਾਓ ਤੁਸੀਂ ਚਲੇ ਜਾਓ। ਸੋ ਉਸ ਵੇਲੇ ਰੰਗਰੇਟਿਆਂ ਦੀ ਹਾਲਤ ਜਿਹੜੀ ਸੀ ਉਹ ਰਾਜਿਆਂ ਦੀ ਵਾਲੀ ਸੀਗੀ। ਉਹ ਸੁਤੰਤਰ ਬਾਦਸ਼ਾਹ ਸੀਗੇ, ਆਪਣੇ ਆਪਣੇ ਪਿੰਡਾਂ ਦੇ ਉਹ ਬਾਦਸ਼ਾਹ ਸੀ। ਜ਼ਮਾਨਾ ਉਹ ਆ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨਗਰ ਦੀ ਗੜੀ 'ਚ ਘੇਰਾ ਪੈ ਗਿਆ, ਸਾਰੇ ਸਾਥੀ ਮਾਰੇ ਗਏ, ਔਰ ਮੁਗਲ ਹਕੂਮਤ ਜਿਹੜੀ ਆ ਉਹ ਇਹਨਾਂ ਦੇ ਬੜਾ ਸਖਤ ਖਿਲਾਫ ਹੋ ਗਈ। ਔਰ ਹਾਲਤ ਇਹ ਹੋ ਗਈ ਕਿ ਇਹਨਾਂ ਦੇ ਸਿਰਾਂ ਦੇ ਮੁੱਲ ਜਿਹੜੇ ਪੈਂਦੇ, ਮੁੱਲ ਪੈਣੇ ਸ਼ੁਰੂ ਹੋ ਗਏ।
8 ਆਨੇ 2 ਰੁਪਏ 5 ਰੁਪਏ 4 ਰੁਪਏ ਵੀ ਜਿਹੜਾ ਇਹਨਾਂ ਦਾ ਸਿਰ ਲਾ ਕੇ ਲਿਆਊਗਾ ਉਹਨੂੰ ਇਨਾਮ ਮਿਲੂਗਾ। ਉਸ ਵੇਲੇ ਜਿਹੜੇ ਰੰਗਰੇਟਿਆਂ ਦੇ ਕੋਲ ਜ਼ਮੀਨ ਸੀਗੀ ਉਹ ਉਹਨਾਂ ਦੇ ਘਰ-ਬਾਰ ਸੀ, ਜਿਹੜੇ ਜੋ ਉਹਨਾਂ ਦੀਆਂ ਪ੍ਰਾਪਰਟੀਆਂ ਸੀ ਪਿੰਡਾਂ ਵਿੱਚ, ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਤਾਂ ਇਹ ਕੋਈ ਵੀ ਬੰਦਾ ਕਹਿ ਸਕਦਾ ਕਿ ਜਿਸ ਕੌਮ ਦੇ ਸਿਰਾਂ ਦੇ ਮੁੱਲ ਪੈਂਦੇ ਹੋਣ ਉਹ ਪਿੰਡ 'ਚ ਰਹਿ ਸਕਦੀ ਹੈ। ਉਹ ਫਿਰ ਜਾ ਕੇ ਜੰਗਲਾਂ 'ਚ ਰਹਿੰਦੇ। ਔਰ ਬਾਬਾ ਗਰਜਾ ਸਿੰਘ ਬੋਤਾ ਸਿੰਘ ਜਿਹੜੇ ਉਹ ਹੀ ਬੰਦੇ ਸੀਗੇ ਜਿਹੜੇ ਜੰਗਲਾਂ 'ਚ ਰਹਿੰਦੇ, ਅਤੇ ਇਹਨਾਂ ਨੂੰ ਜ਼ਿਮੀਂਦਾਰਾਂ ਨੇ ਤਾਨਾ ਮਾਰਿਆ ਸੀ ਵੀ ਇਹ ਤਾਂ ਉਹ ਜ਼ਿਮੀਂਦਾਰ ਕਿਹੜੇ ਉਹ ਫਰਦਰ ਮੈਂ ਗਦਾਰ ਜ਼ਿਮੀਂਦਾਰਾਂ ਦੀ ਗੱਲ ਕਰਦਾ। ਬਾਬਾ ਬੰਦਾ ਸਿੰਘ ਨੂੰ ਫੜਿਆ ਕਿਵੇਂ ਗਿਆ, ਕਾਬੂ ਕਿਵੇਂ ਆ ਗਿਆ? ਗੁਰਦਾਸ ਨੰਗਲ ਦੀ ਗੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ, ਔਰ ਉਹ ਧੋਖਾ ਕਰਨ ਵਾਲੇ ਇਹ ਬਾਬੇ ਸੀਗੇ, ਬਾਬਾ ਵਿਨੋਦ ਸਿੰਘ ਵਗੈਰਾ, ਕਾਹਨ ਸਿੰਘ ਜੋ ਸੀਗੇ, ਔਰ ਇਹ ਸਾਰੇ ਇਹਨਾਂ ਦੇ ਨਾਲ ਮਾਤਾ ਦੀ ਕਨਾਇਮਤ ਸੀਗੀ, ਮਾਤਾ ਸੁੰਦਰੀ ਦੀ ਕਨਾਇਮਤ ਸੀ, ਔਰ ਉਹ ਮੁਗਲ ਹਕੂਮਤ ਨਾਲ ਤੁਰਕਾਂ ਦੇ ਨਾਲ ਰਲੀ ਹੋਈ ਸੀ। ਔਰ ਉਹਦਾ ਨਿਸ਼ਾਨਾ ਕੀ ਸੀ ਮਾਤਾ ਦਾ? ਮਾਤਾ ਕਿਉਂ ਰਲੀ ਹੋਈ ਸੀ? ਮਾਤਾ ਇਸ ਕਰਕੇ ਰਲੀ ਹੋਈ ਸੀ ਕਿ ਉਸ ਦੇ ਪਾਲਕ ਪੁੱਤਰ ਨੂੰ ਹਕੂਮਤ ਜਿਹੜੀ ਹੈਗੀ ਆ ਉਹ ਗੁਰੂ ਬਣਾ ਦੋਗੇ। ਇਹ ਨਾ ਹੋਵੇ ਕਿ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਬਣ ਜਾਵੇ। ਉਸ ਨੂੰ ਗੁਰੂ ਬਣਾਉਣ ਵਾਸਤੇ ਇਹਨੇ ਮਾਤਾ ਨੇ ਤੁਰਕਾਂ ਦਾ ਸਾਥ ਦਿੱਤਾ, ਔਰ ਨਾਲ ਹੀ ਸਾਥ ਇਹਨਾਂ ਦਿੱਤਾ ਖੱਤਰੀਆਂ ਨੇ ਕਿ ਕਿਤੇ ਇਹ ਖੱਤਰੀ ਤੋਂ ਇਲਾਵਾ ਨਾ ਹੋਰ ਕੋਈ ਜਿਹੜਾ ਗੁਰਗੱਦੀ 'ਤੇ ਬਹਿ ਜਾਵੇ, ਉਹ ਨਾ ਗੁਰਦੁਆਰੇ ਸੰਭਾਲ ਲੈ। ਜਦੋਂ ਰੰਗਰੇਟਿਆਂ ਦੀ ਇਹੋ ਜਿਹੀ ਕਦੀ ਤਮੰਨਾ ਨਹੀਂ ਹੋਈ, ਕਦੀ ਇਹੋ ਜਿਹੀ ਇੱਛਾ ਨਹੀਂ ਹੋਈ। ਇਹ ਪੰਥ ਦੇ ਦਾਸ ਹੋਏ ਨੇ, ਗੁਰੂ ਸਾਹਿਬਾਨ ਦੇ ਦਾਸ ਰਹੇ ਨੇ। ਇਹਨਾਂ ਦੀ ਇਹੋ ਜਿਹੀ ਤਮੰਨਾ ਕਦੀ ਨਹੀਂ ਰਹੀ, ਨਾ ਇਹਨਾਂ ਦਾ ਕਬਜ਼ੇ 'ਤੇ ਕਦੀ ਮਨਸ਼ਾ ਰਹੀ ਆ। ਸੋ ਇਹ ਜਦੋਂ ਇਹਨਾਂ ਨੇ ਜ਼ਮੀਨਾਂ 'ਤੇ ਇਹਨਾਂ ਦੇ ਮੁਆਹਦੇ ਹੋ ਗਏ, ਫਿਰ ਪੰਜਾਬ ਮਾਝੇ ਦੇ, ਮਾਲਵੇ ਦੇ ਅਤੇ ਦੁਆਬੇ ਦੇ ਜੱਟਾਂ ਨੇ ਕਿਹਾ ਉਹਨਾਂ ਨੇ ਤੁਰਕਾਂ ਨੇ ਕਿਹਾ ਵੀ ਤੁਸੀਂ ਮਦਦ ਕਰੋ। ਉਹ ਕਹਿੰਦੇ ਅਸੀਂ ਮਦਦ ਕਰ ਦਿੰਦੇ ਹਾਂ, ਪਰ ਸਾਡੇ ਤਾਂ ਬਰਾਦਰੀ ਸਾਨੂੰ ਛੇਕ ਦੋਗੇ, ਅਤੇ ਸਾਨੂੰ ਜੇ ਬਚਾਉਣਾ ਤਾਂ ਸਾਡੇ ਜਿੰਨੇ ਵੀ ਰਿਸ਼ਤੇਦਾਰ ਆ ਉਹਨਾਂ ਨੂੰ ਫਿਰ ਤੁਸੀਂ ਆਪਣੀਆਂ ਜਗੀਰਾਂ ਦਿਓ। ਸੋ ਉਸ ਵੇਲੇ ਦੇ ਜਿਹੜੇ ਜੱਟ ਸੀਗੇ, ਜਿਹੜੇ ਆਪਣੇ ਆਪ ਨੂੰ ਨਿਖੇੜ ਲਿਆ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ, ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਾਥੀ ਸੀਗੇ, ਜਿਹੜੇ ਉਹਦੇ ਵਫਾਦਾਰ ਸੀ, ਉਸ ਨੂੰ ਬਦਨਾਮ ਕਰ ਲਈ, ਕਹਿਣਾ ਸ਼ੁਰੂ ਕਰਤਾ ਇਹ ਤਾਂ ਬੰਦਾ ਹੀ ਖਾਲਸਾ ਹੈ, ਅਤੇ ਆਪਣੇ ਆਪ ਨੂੰ ਤੱਤ ਖਾਲਸਾ ਕਹਿਣਾ ਸ਼ੁਰੂ ਕਰ ਦਿੱਤਾ। ਇਹ ਤੱਤ ਖਾਲਸਾ ਗਦਾਰ ਖਾਲਸਾ। ਹੁਣੇ ਮੈਂ ਤੁਹਾਨੂੰ ਦੱਸਦਾ, ਇਹਨਾਂ ਨੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਾਡੇ ਪਰਿਵਾਰਾਂ ਨੂੰ ਵੀ ਗਿਰਾਂ ਦਿਓ। ਉਹ ਸਾਰੇ ਹੀ ਜਿਹੜੇ ਜੱਟ ਸੀਗੇ ਉਸ ਵੇਲੇ ਮਾਝੇ, ਮਾਲਵੇ, ਦੁਆਬੇ ਦੇ ਜੱਟ ਸਾਰੇ ਉਹ ਇਕੱਠੇ ਹੋ ਕੇ ਚਲੇ ਗਏ, ਅਤੇ ਤੁਰਕਾਂ ਕੋਲ ਉਹਨਾਂ ਨੇ ਪਟੇ ਲਿਖਵਾ ਲਿਆ, ਜ਼ਗੀਰਾਂ ਲਿਖਾ ਲਈਆਂ। ਇਹਨਾਂ ਨੇ ਕੀ ਕੀਤਾ? ਖੱਤਰੀਆਂ ਨੇ ਕੀ ਕੀਤਾ? ਇਹਨਾਂ ਨੇ ਫੌਜਾਂ ਬਣਾ ਕੇ ਜਾ ਕੇ ਲਾਹੌਰ ਦੇ ਦੀਵਾਰ 'ਤੇ ਬਹਿ ਗਏ, ਅਤੇ ਉਹਨਾਂ ਨੇ ਤੁਰਕਾਂ ਨੇ ਕਿਹਾ ਵੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਸਾਡੀ ਰੱਖਿਆ ਕਰਨੀ ਹੈ। ਉਹ ਸਿੱਖਾਂ ਨੂੰ ਦੇਖ ਕੇ ਆਊਗਾ ਨਹੀਂ, ਹਮਲਾ ਨਹੀਂ ਕਰੂਗਾ ਲਾਹੌਰ 'ਤੇ, ਅਸੀਂ ਸੇਫ ਰਵਾਂਗੇ। ਸੋ ਇਹ ਜ਼ਗੀਰਾਂ ਜਿਹੜੀਆਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਦਿੱਤੀਆਂ, ਅਤੇ ਇਹਨਾਂ ਨੇ ਗਦਾਰੀ ਉਹਦੇ ਨਾਲ ਕੀਤੀ, ਅਤੇ ਉਸ ਜ਼ਗੀਰਾਂ ਦੇ ਨਾਲ ਜਿਹੜਾ ਇਹਨਾਂ ਦਾ ਰੁਤਬਾ ਬਣਿਆ, ਉਹ ਰੁਤਬਾ ਇਹ ਬਣਿਆ ਕਿ ਮਾਤਾ ਦੇ ਨਾਲ ਇਹ ਗੱਲ ਕਰ ਸਕਣ, ਉਹਦੇ ਬਰਾਬਰ ਖਲੋ ਕੇ ਗੱਲ ਕਰ ਸਕਣ, ਸੌਦੇਬਾਜ਼ੀ ਕਰ ਸਕਣ, ਔਰ ਤੁਰਕਾਂ ਨਾਲ ਸੌਦੇਬਾਜ਼ੀ ਕਰ ਸਕਣ। ਤੁਰਕਾਂ ਕੋਲ ਜ਼ਮੀਨਾਂ ਲਈਆਂ, ਮਾਤਾ ਦੇ ਪਾਲਕ ਪੁੱਤਰ ਨੂੰ ਅੰਮ੍ਰਿਤਸਰ ਦਾ ਕਬਜ਼ਾ ਮਿਲ ਗਿਆ, ਅਤੇ ਜੱਟਾਂ ਨੂੰ ਸਾਰਿਆਂ ਨੂੰ ਜਿਹੜੇ ਤਿੰਨੇ ਮਾਝੇ, ਮਾਲਵੇ, ਦੁਆਬੇ ਦੇ ਜੱਟ ਸੀ, ਇਹਨਾਂ ਨੂੰ ਜ਼ਗੀਰਾਂ ਮਿਲ ਗਈਆਂ। ਇਹ ਜ਼ਗੀਰਾਂ ਇਹਨਾਂ ਕੋਲ ਇੱਦਾਂ ਆ ਗਈਆਂ। ਹੁਣ ਰਹਿ ਗਈ ਗੱਲ, ਤੁਸੀਂ ਜਿਵੇਂ ਪੁੱਛਿਆ ਵੀ ਉਹ ਰੰਗਰੇਟਿਆਂ ਦੀਆਂ ਜ਼ਮੀਨਾਂ ਕਿੱਥੇ ਗਈਆਂ। ਤੁਸੀਂ ਰੰਗਰੇਟਿਆਂ ਦੀ ਜ਼ਮੀਨਾਂ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਤੁਸੀਂ ਇਹ ਪੁੱਛੋ ਕਿ ਰੰਗਰੇਟੇ ਜ਼ਿੰਦਾ ਕਿੱਦਾਂ ਰਹਿ ਗਏ। ਜਿਸ ਕੌਮ ਦੇ ਬੰਦੇ ਦੇ ਬਸ਼ਰ ਦਾ ਮੁੱਲ ਸਿਰ ਦੇ ਮੁੱਲ ਦਾ ਪੈਂਦਾ ਹੋਵੇ, ਔਰ ਇਹੀ ਲੋਕ ਜਿਹੜੇ ਜ਼ਗੀਰਦਾਰ ਆ ਉਹਨੂੰ ਮਖੌਲਾਂ ਕਰਦੇ ਹੁਣ ਵੀ ਇਹ ਜੇ ਸਿੰਘ ਹੁੰਦਾ ਤਾਂ ਝਾੜੀਆਂ 'ਚ ਨਾ ਲਿਖਦੇ, ਇਹੋ ਜਿਹੇ ਤਾਨੇ ਨਾ ਮਾਰਦੇ। ਇਹ ਤਾਨੇ ਇਸ ਕਰਕੇ ਮਾਰਦੇ ਸੀ ਕਿਉਂਕਿ ਇਹਨਾਂ ਨੇ ਹਰਾਮ ਦੀਆਂ ਜ਼ਗੀਰਾਂ ਉਹ ਲਈਆਂ ਸੀ ਤੁਰਕਾਂ ਕੋਲੋਂ, ਗਦਾਰੀਆਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਉਹ ਜ਼ਮੀਨਾਂ ਜਿਹੜੀਆਂ ਇਹਨਾਂ ਦੇ ਵਿੱਚ ਬੋਲਦੀਆਂ ਸੀ, ਇਸ ਕਰਕੇ ਉਹ ਜਿਹੜੇ ਸਿੱਖ ਸੀਗੇ, ਜਿਹੜੇ ਅਸਲੀ ਸਿੱਖ ਝਾੜੀਆਂ ਚੌਕੇ ਸੀ, ਉਹਨੂੰ ਕਹਿੰਦੇ ਇਹ ਸਿੱਖ ਥੋੜ੍ਹੀ ਹੋਣਾ, ਜਿਹੜਾ ਸਿੱਖ ਦਾ ਕੰਮ ਲੁਕਣਾ ਥੋੜ੍ਹੀ ਹੈ, ਇਹ ਲੁਕੇ ਫਿਰਦੇ, ਇਹ ਸਿੱਖ ਨਹੀਂ ਹੈਗੇ। ਸੋ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ
ਜਿਹੜੇ ਸਾਥੀ ਸੀਗੇ ਉਹਨਾਂ ਦਾ ਨਾਂ ਸੀਗਾ ਸਾਰ ਖਾਲਸਾ। ਇਹ ਜਿਹੜੇ ਆਪਣੇ ਆਪ ਨੂੰ ਤੱਤ ਖਾਲਸਾ ਕਹਿੰਦੇ ਆ, ਉਦੋਂ ਵੀ ਕਹਿੰਦੇ ਸੀ ਤੇ ਹੁਣ ਵੀ ਕਹੀ ਜਾਂਦੇ ਆ, ਤੱਤ ਖਾਲਸਾ ਨਹੀਂ, ਇਹ ਵਿਕਾਊ ਖਾਲਸੇ ਦੇ ਵਾਰਸ ਨੇ, ਗਦਾਰ ਖਾਲਸੇ ਦੇ ਵਾਰਸ ਨੇ। ਸੋ ਤੁਸੀਂ ਜ਼ਮੀਨਾਂ ਕਹਿੰਦੇ, ਮੈਂ ਕਹਿੰਦਾ ਤੁਸੀਂ ਇਹ ਪੁੱਛੋ ਕਿ ਜਾਨਾਂ ਕਿਵੇਂ ਬਚ ਗਈਆਂ। ਸੋ ਇਹ ਜੰਗਲਾਂ ਵਿੱਚ ਬਚਾ ਗਿਆ, ਜ਼ਮੀਨਾਂ ਉੱਥੇ ਨਹੀਂ ਸੀ ਰਹਿਣੀਆਂ। ਘਰ ਵੀ ਘਰਾਂ 'ਤੇ ਵੀ ਇਹਨਾਂ ਨੇ ਕਬਜ਼ੇ ਕਰ ਲਿਆ, ਹਕੂਮਤ ਦੀ ਜਿਹੜੀ ਆ ਸ਼ਹਿ ਦੇ ਨਾਲ ਉਹਨਾਂ ਦੇ ਘਰਾਂ 'ਤੇ, ਉਹਨਾਂ ਦੀਆਂ ਜ਼ਮੀਨਾਂ 'ਤੇ ਸਾਰਾ। ਤੁਸੀਂ ਹੁਣ ਆਹੀ ਲੈ ਲਓ ਕਿ ਬਾਬਾ ਦੀਪ ਸਿੰਘ ਦੀ ਭੈਣ ਦੇ ਨਾਂ 'ਤੇ 2 ਪਿੰਡਾਂ ਦੀ ਜ਼ਗੀਰ ਸੀਗੀ। ਉਹ 2 ਪਿੰਡਾਂ ਦੀ ਜ਼ਗੀਰ ਮਾਲਾ ਸੀ, ਉਹਦਾ ਨਾਂ ਬਾਬਾ ਦੀਪ ਸਿੰਘ ਦੀ ਭੈਣ ਦਾ ਨਾਂ ਮਾਲਾ ਸੀ। ਉਹਦੀ ਜ਼ਗੀਰ ਇਹਨਾਂ ਨੇ ਖੋਲ੍ਹੀ, ਇੱਥੋਂ ਦੇ ਪਹੂਗੜ ਦੇ ਜਿਹੜੇ ਸੰਧੂ ਆ, ਇਹਨਾਂ ਜ਼ਮੀਨ ਖੋਲ੍ਹੀ, ਇਹ ਕਹਿ ਕੇ ਕਿ ਉਹ ਤਾਂ ਸਾਡੇ ਵਾਰਸ ਸੀ ਜੀ, ਅਸੀਂ ਉਹਨਾਂ ਦੇ ਵਾਰਸ ਹਾਂ ਜੀ ਬਾਬਾ ਦੀਪ ਸਿੰਘ ਦੇ, ਅਤੇ ਉਹਨਾਂ ਦੀ ਭੈਣ ਦੀ ਜ਼ਗੀਰ ਆ ਜਿਹੜੀ ਉਹ ਵੀ ਸਾਡੇ ਹਿੱਸੇ ਤੋਂ ਆਉਂਦੀ ਹੈ। ਇੱਦਾਂ ਇਹਨਾਂ ਨੇ ਇਹੋ ਜਿਹੇ ਸ਼ਹੀਦਾਂ ਦੀਆਂ ਵਾਰਸਾਂ ਦੀਆਂ ਜ਼ਮੀਨਾਂ ਖੋਲ੍ਹੀਆਂ। ਅਤੇ ਆਮ ਬੰਦੇ ਦਾ, ਆਮ ਰੰਗੇਟੇ ਦਾ ਕੀ ਹਾਲ ਆ, ਇਹ ਤੁਸੀਂ ਆਪੇ ਅੰਦਾਜ਼ਾ ਲਾ ਲੈਣਾ ਕਿੱਥੇ ਜ਼ਮੀਨਾਂ ਲੈਣੀਆਂ ਸੀ। ਇਹ ਜ਼ਮੀਨਾਂ ਇਸ ਤਰ੍ਹਾਂ ਜਿਹੜਾ ਹੁਣ ਅਸੀਂ ਗੱਲ ਕਰੀਏ ਵੀ ਰੰਗਰੇਟਾ ਕੌਮ ਹੈ, ਜਿਹੜੀ ਮਜ਼੍ਹਬੀ ਸਿੱਖ ਕੌਮ ਹੈ, ਇਹ ਵਿੱਦਿਆ ਦੇ ਖੇਤਰ ਵਿੱਚ ਕਿਉਂ ਪਛੜ ਗਈ? ਖਾਸ ਕਰਕੇ ਤੁਸੀਂ ਤਾਂ ਅਫਸਰ ਵੀ ਰਹੇ ਹੋ, ਤੁਸੀਂ ਲੰਮਾ ਸਮਾਂ ਜ਼ਿੰਦਗੀ ਦਾ, ਤੁਸੀਂ ਹੁਣ 80 ਪਲੱਸ ਹੋ ਗਏ ਹੋ, ਉਮਰ ਤੁਹਾਡੀ ਕਾਫੀ 80 ਦੇ ਪਲੱਸ ਹੋ ਗਈ ਹੈ। ਇਸ ਗੱਲ ਬਾਰੇ ਕਿਵੇਂ ਕਹੋਗੇ ਵੀ ਇਹਦੇ ਵਿੱਚ ਜਿਹੜੀ ਐਜੂਕੇਸ਼ਨ ਦੀ ਘਾਟ, ਇਸ ਕੌਮ ਦੇ ਵਿੱਚ ਐਜੂਕੇਸ਼ਨ ਦੀ ਘਾਟ ਕਿਉਂ ਰਹੀ ਹੈ? ਰਾਜੇਵਾਲਾ ਜੀ, ਤੁਸੀਂ ਕਹਿੰਦੇ ਹੋ ਵੀ ਐਜੂਕੇਸ਼ਨ ਦੀ ਘਾਟ ਸੀਗੀ। ਐਜੂਕੇਸ਼ਨ ਦਾ ਅਗਲੀ ਗੱਲ ਆਉਂਦੀ ਹੈ। ਪਹਿਲੀ ਗੱਲ ਤਾਂ ਇਹ ਆਉਂਦੀ ਹੈ ਕਿ ਰੰਗਰੇਟਿਆਂ ਦਾ ਘਰ ਕਿੱਥੇ ਸੀ। ਫਿਰ ਦੂਜੀ ਗੱਲ ਇਹ ਵੀ ਰੰਗਰੇਟੇ ਰੋਟੀ ਕਿੱਥੋਂ ਖਾਂਦੇ ਸੀ। ਫਿਰ ਤੀਜੀ ਗੱਲ ਇਹ ਵੀ ਉਹ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੰਦੇ ਸੀ ਕਿ ਨਹੀਂ, ਜਾਂ ਉਹ ਪੜ੍ਹ ਸਕੇ ਕਿ ਨਹੀਂ। ਮੈਂ ਇਹ ਤੁਹਾਨੂੰ ਦੱਸ ਦਵਾਂ ਕਿ ਹਾਲਾਤ ਬੇਸ਼ੱਕ ਜਿਹੋ ਜਿਹਾ ਮਰਜ਼ੀ ਰਹਿਣ, ਜੇ ਬ੍ਰਾਹਮਣਾਂ ਤੋਂ ਬਾਅਦ ਕੋਈ ਕੌਮ, ਕੋਈ ਵਰਗ ਪੜ੍ਹਿਆ ਲਿਖਿਆ ਸੀ ਤਾਂ ਉਹ ਰੰਗਰੇਟਿਆਂ ਦਾ ਵਰਗ ਪੜ੍ਹਿਆ ਲਿਖਿਆ ਸੀ। ਕਿਉਂਕਿ ਰੰਗਰੇਟਿਆਂ, ਗੁਰੂ ਗ੍ਰੰਥ ਸਾਹਿਬ ਦੀ ਬੀੜ ਹਮੇਸ਼ਾ ਰੰਗਰੇਟਿਆਂ ਦੇ ਅੰਗ ਸੰਗ ਰਹੀ ਹੈ। ਚਾਹੇ ਉਹ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ 'ਤੇ ਬਹਿ ਕੇ ਲੁਕੇ ਫਿਰਦੇ ਸੀ, ਚਾਹੇ ਜਿਸ ਤਰ੍ਹਾਂ ਮਰਜ਼ੀ ਤੰਬੂਆਂ ਦੇ ਵਿੱਚ ਬਣਾ ਕੇ ਲੁਕੇ ਫਿਰਦੇ ਸੀ, ਜਾਂ ਉਹ ਭੱਜੇ ਫਿਰਦੇ ਸੀ। ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਆ ਉਹ ਹਮੇਸ਼ਾ ਆਪਣੇ ਅੰਗ ਸੰਗ ਰੱਖੀ, ਔਰ ਉਸ ਨੂੰ ਪੜ੍ਹਦੇ ਵੀ ਰਹੇ, ਔਰ ਵਿੱਦਿਆ ਵੀ। ਤੁਸੀਂ ਮੈਨੂੰ ਦੱਸੋ ਕਿ ਸਾਧੂ ਸਿੰਘ ਆਰਫ, ਸਾਧੂ ਦਇਆ ਸਿੰਘ ਆਰਫ, ਜਿਹਨੇ ਫਾਰਸੀ 'ਚ ਕਿੱਸੇ ਲਿਖੇ, ਫਨਾ ਦਾ ਮਕਾਨ, ਪੁੱਤਰ ਬਲਾਸ, ਜ਼ਿੰਦਗੀ ਬਲਾਸ, ਜਿਹਨਾਂ ਬੱਚੇ ਦੀ ਜ਼ੁਬਾਨ 'ਤੇ ਸੀ ਜਿਹੜਾ ਉਹ ਲਿਖੇ, ਉਹ ਅਨਪੜ੍ਹ ਸੀ। ਉਹ ਅਨਪੜ੍ਹ ਦਾ ਉਹਦਾ ਪਿਛੋਕੜ ਸੀਗਾ। ਉਹ ਵਿੱਦਿਆ ਦੇ ਨਾਲ ਜੁੜੇ ਰਹੇ, ਪਹਿਲਾਂ ਵੀ ਜੁੜੇ ਰਹੇ, ਔਰ ਚੋਟੀ ਦੇ ਵਿਦਵਾਨਾਂ ਵਿੱਚ ਔਰ ਚੋਟੀ ਦੇ ਸੰਗੀਤਕਾਰਾਂ ਵਿੱਚ ਰੰਗਰੇਟੇ ਆ। ਔਰ ਰੰਗਰੇਟਿਆਂ ਤੋਂ ਵੱਡਾ ਕੋਈ ਸੰਗੀਤਕਾਰ ਨਹੀਂ। ਰੰਗਰੇਟਿਆਂ ਤੋਂ ਵੱਡਾ ਜਿਹੜੇ ਆ ਬਹੁਤ ਘੱਟ ਵਿਦਵਾਨ ਹੋਣਗੇ ਜਿਹੜੇ ਇਸ ਖੇਤਰ ਵਿੱਚ, ਵਿੱਦਿਆ ਦੇ ਖੇਤਰ ਵਿੱਚ ਅੱਗੇ ਰਿਹਾ। ਸੋ ਇਹ ਪਿੱਛੇ ਨਹੀਂ ਵਧਣ। ਹਾਂ, ਮੌਕਾ ਨਹੀਂ ਸੀ ਇਹਨਾਂ ਕੋਲ, ਜਿਹੜੀ ਕਿ ਜਿਹਨੂੰ ਅਸੀਂ ਕਹਿ ਲਓ ਕਿ ਰੈਗੂਲਰ, ਜਾਂ ਇਹ ਕਹਿ ਲਓ ਕਿ ਨਿਯਮਤ, ਜਿਹਨੂੰ ਐਜੂਕੇਸ਼ਨ ਅਸੀਂ ਕਹੋ ਕਿ ਡਿਗਰੀਆਂ ਉਹਨਾਂ ਨੇ ਹਾਸਿਲ ਨਹੀਂ ਕੀਤੀਆਂ, ਉਹਨਾਂ ਕੋਲ ਮੌਕਾ ਨਹੀਂ ਮਿਲਿਆ। ਉਹਨਾਂ ਕੋਲ ਹੈ ਨਹੀਂ ਸੀ, ਅਸਾਸਾ ਹੈ ਨਹੀਂ ਸੀ। ਕਿੱਥੋਂ ਕਰਦੇ ਜਿਹਦੇ ਕੋਲ ਘਰ ਨਹੀਂ, ਕੁੱਲੀ ਨਹੀਂ, ਗੁੱਲੀ ਨਹੀਂ, ਜੁੱਲੀ ਨਹੀਂ, ਉਹ ਆਪਣੀਆਂ ਡਿਗਰੀਆਂ ਕਿੱਥੋਂ ਪ੍ਰਾਪਤ ਕਰਦੇ। ਲੇਕਿਨ ਫਿਰ ਵੀ ਕਿਉਂਕਿ ਵਿੱਦਿਆ ਦੇ ਨਾਲ ਉਹਨਾਂ ਦਾ ਪਿਆਰ ਰਿਹਾ, ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਅੰਗ ਸੰਗ ਰਿਹਾ, ਉਹਨਾਂ ਦੀ ਸਹਾਇਤਾ ਕਰਦਾ ਰਿਹਾ। ਔਰ ਫਿਰ ਵੀ ਜਿਹੜੇ ਰੰਗਰੇਟੇ ਕੌਮ ਦੇ ਜਰਨੈਲ ਹੋਏ ਨੇ, ਫੌਜਾਂ ਦੇ ਵਿੱਚ ਬਹੁਤ ਵੱਡੇ ਜਰਨੈਲ ਹੋਏ ਨੇ, ਉਹਨਾਂ ਨੇ ਬੜੇ ਮਾਰ ਕੇ ਮਾਰੇ ਨੇ। ਔਰ ਇਹ ਕਹਿਣਾ ਕਿ ਉਹਨਾਂ ਦੇ ਇਸ ਦੇ ਨਾਲ ਪੰਜਾਬ ਟਾਈਮ ਨਿਊਜ਼ਪੇਪਰ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇੱਥੇ ਦਰਸ਼ਨ ਦਿੱਤੇ ਆ ਅਤੇ ਸੰਗਤਾਂ ਦੇ ਰੂਬਰੂ ਕਰਾਇਆ, ਸੰਗਤਾਂ ਦੇ ਨਾਲ
ਗੱਲਬਾਤ ਕਰਨ ਦਾ ਮੌਕਾ ਦਿੱਤਾ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਲੋਕ ਜਾਂ ਕਹਿਣਾ ਨਹੀਂ ਚਾਹੁੰਦੇ ਜਾਂ ਉਹਨਾਂ ਦੇ ਉਹ ਕਨਸੈਪਟ ਵਿੱਚ ਹੈ ਨਹੀਂ, ਉਹ ਚੀਜ਼ਾਂ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਤੇ ਲੇਕਿਨ ਇਹ ਚੀਜ਼ਾਂ ਇੱਕ ਸੁਹਿਰਦ ਬੰਦੇ ਦੇ ਤੌਰ 'ਤੇ ਮੈਂ ਕੀਤੀਆਂ ਨੇ। ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਸਰਦਾਰ ਨਿਰੰਜਨ ਸਿੰਘ ਆਰਫੀ, ਹਿਸਟੋਰੀਅਨ, ਜਿਨ੍ਹਾਂ ਨੇ ਸਿੱਖ ਇਤਿਹਾਸ ਦੇ, ਖਾਸ ਕਰਕੇ ਰੰਗਰੇਟਿਆਂ ਦੇ ਇਤਿਹਾਸ ਦੇ ਉਹ ਪੰਨੇ ਫਰੋਲੇ ਨੇ ਜੋ ਅਣਗੌਲੇ ਪੰਨੇ ਨੇ। ਉਹਨਾਂ ਇਤਿਹਾਸਕਾਰਾਂ 'ਤੇ ਵੀ ਉਹਨਾਂ ਨੂੰ ਗਿਲਾ ਹੈ ਜਿਨ੍ਹਾਂ ਨੇ ਰੰਗਰੇਟਿਆਂ ਦੇ ਇਤਿਹਾਸ ਨੂੰ ਜਾਂ ਰੰਗਰੇਟੇ ਸਿੱਖ ਪਾਤਰਾਂ ਨੂੰ ਆਪਣੇ ਇਤਿਹਾਸ ਦਾ ਸਹੀ ਹਿੱਸਾ ਨਹੀਂ ਬਣਾਇਆ ਤੇ ਕੌਮ ਨੂੰ, ਸਿੱਖ ਕੌਮ ਨੂੰ ਦੁਬਿਧਾ ਵਿੱਚ ਪਾਇਆ। ਇਹ ਨਿਰੰਜਨ ਸਿੰਘ ਆਰਫੀ ਜੀ ਨੂੰ ਉਹਨਾਂ ਲਿਖਾਰੀਆਂ 'ਤੇ, ਉਹਨਾਂ ਇਤਿਹਾਸਕਾਰਾਂ 'ਤੇ ਗਿਲਾ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਆਰਫੀ ਸਾਹਿਬ ਤੋਂ ਬਹੁਤ ਸਾਰੇ ਉਹਨਾਂ ਗੱਲਾਂ ਦੀ ਇਤਿਹਾਸਕ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਸਾਨੂੰ ਉਮੀਦ ਹੈ ਕਿ ਕਲਮਾਂ ਦਾ ਕਾਫਲਾ ਪ੍ਰੋਗਰਾਮ ਦਾ ਅੱਜ ਦੇ ਇਸ ਐਪੀਸੋਡ ਨੂੰ ਤੁਸੀਂ ਜ਼ਰੂਰ ਪਸੰਦ ਕਰੋਗੇ। ਆਉਣ ਵਾਲਾ ਇੱਕ ਹੋਰ ਵੀਡੀਓ ਨਾਲ ਫੇਰ ਮਿਲਾਂਗੇ। ਤਦ ਤੱਕ ਮੈਨੂੰ ਅਤੇ ਗੁਰਵਿੰਦਰ ਸਰਾਵਾਂ ਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।